Waheguru Ji Ka Khalsa, Waheguru Ji Ki Fateh. I'm your moderator Harpreet Singh, and we welcome you to the concluding day of this 9-day global conference, which was organized from May 1st onwards till May the 9th. Our focus was celebrating the legacy of Guru Tegh Bahadur, and today we'll be talking on the topic of political times, the conditions that existed at the time of the Guru, and how the history and legacy of Guru Sahib is being distorted now. So today I have four eminent speakers who will be sharing their vision with us, and amongst those are Sardar Gurcharanjit Singh Ji Lamba, Sardar Gurinderjit Singh Josan, Abhayjeet Singh, and our fourth speaker is Gurinder Singh Maan from UK. So we'll start off with Sardar Gurcharanjit Singh Ji Lamba and a brief introduction about him. That Gurcharanjit Singh Ji Lamba is a multifaceted personality, lawyer by profession and writer by passion. He has a strong grip on Sikh issues and was the editor of Sant Sipahi magazine. He is active in helping downtrodden and marginalized people in legal matters, and he has also served on several expert committees appointed by the SGPC. He was the first to raise concerns with the clauses in the All India Gurdwara Bill, which was eventually rejected by the wider Sikh community. Author of many books on Sikh religious and political issues, his pioneer work is the encyclopedia interpretation of the Sikh Rehat Maryada. To sum it up, he has been a lawyer, a journalist, an anchor, an editor, orator, a reader, a political analyst, author, opinion maker, and a social activist. It's a great honor to have him with us, and he'll be talking to us on the topic of how the history and legacy of Guru Sahib is being distorted in present times. Gurcharanjit Singh Ji Lamba, Ji Aanu, Waheguru Ji Ka Khalsa, Waheguru Ji Ki Fateh. ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਹ 400 ਸਾਲਾ ਪ੍ਰਕਾਸ਼ ਦਿਵਸ ਸਾਡੀ ਹਯਾਤੀ, ਸਾਡੀ ਜ਼ਿੰਦਗੀ ਦੇ ਵਿੱਚ ਆ ਰਿਹਾ ਹੈ। ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਪਰ ਜਦੋਂ ਵੀ ਕੋਈ ਗੁਰੂ ਸਾਹਿਬ ਦੇ ਗੁਰਪੁਰਬ ਔਰ ਖਾਸ ਕਰਕੇ ਜਦੋਂ ਸ਼ਤਾਬਦੀ ਮਨਾਈ ਜਾਂਦੀ ਹੈ, ਸੋ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ ਜਦੋਂ ਗੁਰੂ ਸਾਹਿਬ ਆਏ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਹਾਲਾਤ ਕੀ ਸਨ, ਲੋੜ ਕੀ ਸੀ ਔਰ ਉਹਨਾਂ ਦੀ ਖਾਸੀਅਤ ਕੀ ਸੀ ਜਿਹਦੇ ਕਰਕੇ ਰਹਿੰਦੀ ਦੁਨੀਆ ਤੱਕ ਉਹ ਚੀਜ਼ ਯਾਦ ਰਹੇਗੀ, ਔਰ ਜਿਸ ਦੇ ਬਾਰੇ ਗੁਰੂ ਕਲਗੀਧਰ ਪਿਤਾ ਨੇ ਖੁਦ ਕਿਹਾ ਹੈ ਕਿ ਇਤੀ ਜਿਨ ਕਰੀ, ਜਿਨ੍ਹਾਂ ਨੇ ਅਤ ਕਰ ਦਿੱਤੀ, ਇਤੀ ਕਰ ਦਿੱਤੀ ਜਿਸ ਦੇ ਉੱਤੇ ਕੋਈ ਕਰ ਨਹੀਂ ਸਕਦਾ। ਹਜ਼ੂਰ ਨੇ ਕਿਹਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਕਦੀ ਨਹੀਂ ਕਿਸੇ ਨੇ ਕੀਤੀ। ਦਰਅਸਲ ਇਹ ਖਾਲੀ ਕਹਿਣ ਮਾਤਰ ਨਹੀਂ ਹੈ। ਜੇਕਰ ਦੇਖਿਆ ਜਾਏ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਕੁਰਬਾਨੀ ਦਾ ਸੰਕਲਪ ਹੀ ਨਹੀਂ ਸੀਗਾ, ਬਲੀ ਦਾ ਸੰਕਲਪ ਜ਼ਰੂਰ ਸੀਗਾ, ਬਲੀ ਦੇ ਦੇਣਾ, ਔਰ ਉਹਦੇ ਵਿੱਚ ਬਲੀ ਜਿਹੜੀ ਹੈ ਉਹ ਕਿਸੇ ਪਸ਼ੂ ਦੀ ਦੇ ਦੇਣੀ, ਉਸ ਦੀ ਬਲੀ ਦੇ ਦੇਣੀ। ਔਰ ਬਲਕਿ ਡਾਕਟਰ ਜੋਤ ਸਿੰਘ ਜੀ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਸਨ, ਉਹਨਾਂ ਨੇ ਬਹੁਤ ਸੁੰਦਰ ਇੱਕ ਲਿਖਿਆ ਹੈ ਕਿ ਇੱਕ ਪੁਰਾਤਨ ਸੰਸਕ੍ਰਿਤ ਦਾ ਇੱਕ ਸ਼ਲੋਕ ਹੈ ਕਿ ਕੀ ਅਸੀਂ ਬਲੀ ਦੇ ਦਈਏ, ਹਾਥੀ ਦੀ ਦੇ ਦਈਏ, ਵਧੀਆ ਵੱਡਾ ਜਾਨਵਰ ਹੈ ਉਹਦੀ ਬਲੀ ਦੇ ਦਈਏ। ਉਹ ਕਹਿੰਦਾ ਪਾਗਲ ਹੋ ਗਿਆ, ਕਹਿੰਦਾ ਫਿਰ ਘੋੜੇ ਦੀ ਦੇ ਦਈਏ, ਕਹਿੰਦਾ ਉਹ ਕੰਮ ਦੀ ਚੀਜ਼ ਹੈ, ਛੱਡ ਉਹਦੀ ਹੋਰ ਕੋਈ ਗੱਲ ਕਰ। ਕਹਿੰਦਾ ਅੱਛਾ ਫਿਰ ਸ਼ੇਰ ਦੀ ਦੇ ਦਿੰਨੇ ਆ। ਉਹ ਕਹਿੰਦਾ ਕੀ ਗਈ ਜਾਂਦਾ, ਕਹਿੰਦਾ ਗਜਮ ਨੈਵ, ਗਜਮ ਨਹੀਂ, ਹਾਥੀ ਦੀ ਨਹੀਂ, ਹਯਮ ਨੈਵ ਮਤਲਬ ਘੋੜੇ ਦੀ ਵੀ ਨਹੀਂ, ਵਿਆਗਰਮ ਨੈਵ ਚ, ਨੈਵ ਚ। ਕਹਿੰਦਾ ਫਿਰ ਕਿਹਦੀ ਦਈਏ ਬਲੀ, ਕਹਿੰਦਾ ਅਜਾ ਸੁਤਮ ਬਲਿਮ ਦਦਿਆਤ ਦੇਵੋ ਦੁਰਬਲ ਘਾਤਕ। ਕਹਿੰਦਾ ਤੂੰ ਬੱਕਰੀ ਦੇ ਪੁੱਤਰ ਦੀ ਦੇ ਦੇ, ਉਹ ਦੇਵਤੇ ਵੀ ਦੁਰਬਲ ਦੀ ਬਲੀ ਲੈ ਕੇ ਖੁਸ਼ ਹੁੰਦੇ ਆ। ਹੁਣ ਇਹ ਜਿਹੜੀ ਦੁਰਬਲ ਦੀ ਬਲੀ ਦਿੱਤੀ ਜਾਂਦੀ ਸੀ, ਜਿਹੜਾ ਕਮਜ਼ੋਰ ਹੈ, ਮਾਜ਼ੂਰ ਹੈ, ਇਸ ਗੱਲ ਨੂੰ ਗੁਰੂ ਸਾਹਿਬ ਦੇ ਜ਼ਿਹਨ ਵਿੱਚ ਸੀ। ਉਹਨਾਂ ਨੇ ਕਿਹਾ ਪੈ ਕਾਹੂ ਕੋ ਦੇਤ ਨੈ ਪੈਮਾਨਤ ਹੋ ਆਨ। ਉਹਨਾਂ ਨੇ ਕਿਹਾ ਬਲ ਹੋਆ ਬੰਧਨ ਛੁੱਟੇ। ਇੱਕ ਬਹੁਤ ਵੱਡੀ ਪੋਲੀਟੀਕਲ ਸਟੇਟਮੈਂਟ ਸੀ ਉਸ ਵੇਲੇ ਦੀ ਕਿ ਬਲ ਹੋਆ ਬੰਧਨ ਛੁੱਟੇ, ਪੈ ਕਾਹੂ ਕੋ ਦੇਤ ਨੈ। ਨਾਲੇ ਤੀਜੀ ਗੱਲ ਕਹੀ, ਭਾਵੇਂ ਕੋ ਰਾਜਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋ ਆਮ ਹੈ, ਭਾਵੇਂ ਕੋਈ ਕਿਸੇ ਕਿਸਮ ਦਾ ਹੈ, ਰਾਮ ਗਇਓ ਰਾਵਣ ਗਇਓ। ਇਹ ਬਹੁਤ ਵੱਡੀ ਗੱਲ ਹੈ। ਸੋ ਇਸ ਕਰਕੇ ਇੱਕ ਸਿਧਾਂਤ ਸੀਗਾ, ਜਿਸ ਬਲੀਦਾਨ ਦੀ, ਜਿਸ ਬਲੀ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ, ਜਿਹਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ। ਇਸ ਤੋਂ ਪਹਿਲਾਂ ਪਸ਼ੂਆਂ ਦੀ ਬਲੀ ਦਿੱਤੀ ਗਈ, ਨਰ ਬਲੀ ਵੀ ਦਿੱਤੀ ਜਾਂਦੀ ਰਹੀ, ਪਰ ਆਪਣੀ ਬਲੀ ਦੇ ਦੇਣਾ
ਇਹ ਬਹੁਤ ਵੱਡੀ ਗੱਲ ਸੀਗੀ ਔਰ ਜਿਸ ਦੇ ਤੇ ਗੁਰੂ ਅਰਜਨ ਦੇਵ ਜੀ ਨੇ ਉਹਦੀ ਆਰੰਭਤਾ ਕੀਤੀ ਔਰ ਇੰਤਹਾ ਕੀਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ, ਜਿਨ੍ਹਾਂ ਨੇ ਆਪਣੇ ਲਈ ਨਹੀਂ ਦੂਜਿਆਂ ਲਈ ਧਰਮ ਦੀ ਖਾਤਰ ਉਹਨਾਂ ਨੇ ਇਹ ਬਲੀ ਜਿਹੜੀ ਦਿੱਤੀ ਹੈ ਤੇ ਧਰਮ ਹੇਤ ਸਾਕਾ ਜਿਨ ਕੀਆ, ਧਰਮ ਦੀ ਖਾਤਰ ਦਿੱਤੀ ਹੈ ਔਰ ਇੱਕ ਅਦੁੱਤੀ ਸੰਕਲਪ ਦਿੱਤਾ ਧਰਮ ਦੀ ਖਾਤਰ, ਉਹ ਵੀ ਦੂਸਰੇ ਦੇ ਧਰਮ ਦੀ ਖਾਤਰ। ਉਸ ਤੋਂ ਬਾਅਦ ਤਾਂ ਫਿਰ ਇੱਕ ਲੜੀ ਤੁਰ ਪੈਂਦੀ ਹੈ ਕਿ ਜਦੋਂ ਫਿਰ ਨਵਾਬ ਮਲੇਰਕੋਟਲਾ ਵੀ ਹਾਂ ਦਾ ਨਾਰਾ ਮਾਰਦੇ ਹੈ, ਜਦੋਂ ਪੀਰ ਭੀਖਣ ਸ਼ਾਹ ਵੀ ਉਹਦੇ ਚ ਸ਼ਾਮਲ ਹੋ ਜਾਂਦੇ ਹੈ। ਹਾਲਾਂ ਉਹਨਾਂ ਦਾ ਆਪਣਾ ਅਕੀਦਾ ਵੱਖਰਾ ਹੈ ਪਰ ਉਹ ਇੱਕ ਧਰਮ, ਇਨਸਾਫ ਔਰ ਉਸ ਦੇ ਲਈ ਜਦੋਂ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹੈ, ਮਗਰ ਇਸ ਦੀ ਸ਼ੁਰੂਆਤ ਕਰਨੀ ਪੈਂਦੀ ਹੈ। ਤਾਂ ਹੀ ਉਹ ਕਿਹਾ ਗਿਆ ਸ਼ਮਾ ਵੀ ਕਮ ਨਹੀਂ ਹੈ ਕੁਛ ਇਸ਼ਕ ਮੇ ਪਰਵਾਨੇ ਸੇ, ਪਰਵਾਨਾ ਸੜਦਾ ਹੈ ਸ਼ਮਾ ਦੇ ਉੱਤੇ ਪਰ ਉਸ ਤੋਂ ਪਹਿਲੇ ਸ਼ਮਾ ਨੂੰ ਖੁਦ ਸੜਨਾ ਪੈਂਦਾ ਹੈ। ਕਹਿੰਦਾ ਸ਼ਮਾ ਵੀ ਕਮ ਨਹੀਂ इश्क में परवाने से जान देता है मगर वो तो ये सर देती है। ਇਹਦੇ ਲਈ ਸਿਰ ਦੇਣਾ ਪੈਂਦਾ ਹੈ ਔਰ ਇਸੇ ਲਈ ਪੁਰਾਣੀ ਕਹਾਵਤ ਹੈ ਸਿਰ ਰਾਖੇ ਸਿਰ ਜਾਤ ਹੈ, ਸਿਰ ਕਾਟੇ ਸਿਰ ਸੋਹੇ, सिर रखिया सिर चला जाएगा, सिर काटे सिर सोहे जैसे बाती दीप की कटे उजियारा होए। जदों दीवे दी बत्ती नूं कैंची ना कटिया जांदा है फिर ओ जिहड़ी है ਉਹ ਹੋਰ ਜ਼ਿਆਦਾ ਪ੍ਰਜਵਲਿਤ ਹੁੰਦੀ ਹੈ ਔਰ ਰੋਸ਼ਨੀ ਦਿੰਦੀ ਹੈ। ਸੋ ਇਹ ਤਾਂ ਗੁਰੂ ਸਾਹਿਬ ਦੀ ਕੁਰਬਾਨੀ ਔਰ ਬਲੀਦਾਨ ਦੀ ਜਿਹੜੀ ਗੱਲ ਸੀ, ਦੂਜਿਆਂ ਦੀ ਖਾਤਰ ਕੁਰਬਾਨੀ ਦੇ ਦੇਣੀ ਔਰ ਇਹਦੇ ਬਾਅਦ ਖਾਲਸੇ ਨੇ ਉਹ ਕੀਤਾ ਔਰ ਅੱਜ ਵੀ ਦੇਖ ਰਹੇ ਹੋ, ਅੱਜ ਦੇ ਹਾਲਾਤ ਵਿੱਚ ਵੀ ਦੇਖ ਰਹੇ ਹੋ ਉਹ ਦੂਜਿਆਂ ਲਈ ਕਰ ਰਹੇ ਆ। ਉਹਨਾਂ ਨੂੰ ਆਪਣਾ ਕੋਈ ਨਿੱਜ ਦਾ ਗੱਲ ਨਹੀਂ ਹੈਗੀ। ਜਿੱਥੇ ਵੀ ਕਿਧਰੇ ਕਿਸੇ ਦੇ ਉੱਤੇ ਕੋਈ ਮੁਸੀਬਤ ਆਂਦੀ ਹੈ ਉੱਥੇ ਇਹ ਖਾਲਸਾ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਜਿਹੜੀ ਦਿੱਤੀ ਹੋਈ ਆਵਾਜ਼ ਹੈ ਉਸ ਨੂੰ ਅੱਜ ਵੀ ਉਸ ਜੋਤ ਨੂੰ ਪ੍ਰਜਵਲਿਤ ਕਰ ਰਿਹਾ ਹੈ। ਗੁਰੂ ਸਾਹਿਬ ਦੇ ਕੁਰਬਾਨੀ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਦਿੱਤੀ ਹੈ, ਉਹਦੇ ਬਾਅਦ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਮਿਲਿਆ। ਦਰਅਸਲ ਇੱਕ ਚੀਜ਼ ਬਹੁਤ ਛੋਟਾ ਜਿਹਾ ਨੁਕਤਾ ਹੈ ਮੈਂ ਕਹਿਣਾ ਚਾਹਾਂਗਾ ਕਿ ਭਗਤੀ ਮਤ ਤੇ ਗੁਰਮਤ ਦੇ ਵਿੱਚ ਇੱਕ ਥੋੜਾ ਜਿਹਾ ਇੱਕ ਬਾਰੀਕ ਲਾਈਨ ਹੈ। ਭਗਤੀ ਮਤ ਦੇ ਮੁਤਾਬਕ ਜਦੋਂ ਵੀ ਭਗਤਾਂ ਦੇ ਉੱਤੇ ਮੁਸੀਬਤ ਆਉਂਦੀ ਹੈ ਰੱਬ ਪ੍ਰਗਟ ਹੋ ਜਾਂਦਾ ਹੈ, ਮਗਰ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਆਈ ਹੋਈ ਤਲਵਾਰ ਰੁਕਦੀ ਨਹੀਂ ਹੈ। ਭਾਈ ਤਾਰੂ ਸਿੰਘ ਦੇ ਉੱਤੇ ਖੋਪਰੀ ਉਤਾਰਨ ਲੱਗਿਆ ਰੰਬੀ ਉਹ ਖੁੰਡੀ ਨਹੀਂ ਹੁੰਦੀ ਹੈਗੀ। ਗੁਰੂ ਅਰਜਨ ਦੇਵ ਜੀ ਤੋਂ ਉੱਤੇ ਗਰਮ ਰੇਤ ਠੰਡੀ ਨਹੀਂ ਹੁੰਦੀ, ਉਹ ਹੋਣ ਦਿੰਦੇ ਹੈ। ਪਰ ਉਸ ਦੇ ਬਾਅਦ ਕੀ ਹੁੰਦਾ ਹੈਗਾ ਇਹ ਚੀਜ਼ ਦੱਸ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ, ਸ੍ਰੀ ਅਕਾਲ ਤਖਤ ਸਾਹਿਬ ਮਿਲਦਾ, ਢਾਡੀ ਵਾਰਾਂ ਮਿਲਦੀਆਂ ਹੈਗੀਆਂ। ਔਰ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਉਹਦੇ ਚੋਂ ਖਾਲਸਾ ਪ੍ਰਗਟ ਹੁੰਦਾ, ਉਹਦੇ ਚੋਂ ਕਵੀ ਦਰਬਾਰ ਪ੍ਰਗਟ ਹੁੰਦੇ ਹੈਗੇ। ਸੋ ਇਹ ਇੱਕ ਸੋਮਾ ਹੈ, ਇੱਕ ਸਰੋਤ ਹੈ। ਤੁਸੀਂ ਗੱਲ ਕੀਤੀ ਹੈ ਕਿ ਉਸ ਵੇਲੇ ਦੇ ਅੱਜ ਦੇ ਹਾਲਾਤ, ਉਹ ਬਹੁਤ ਸੰਖੇਪ ਦੇ ਵਿੱਚ, ਬਹੁਤ ਹੀ ਸੰਖੇਪ ਦੇ ਵਿੱਚ। ਪਹਿਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਗੁਰਿਆਈ ਦੇ ਦਿੱਤੀ ਗਈ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਕਿਉਂਕਿ ਇਹ ਇੱਕ ਬੜਾ ਵੱਡਾ ਮਿਸਟਿਸਿਜ਼ਮ ਦਾ, ਗੁਰੂ ਸਾਹਿਬ ਨੇ ਜਿਹੜੀ ਆਪਣੀ ਜੋਤ ਅਗਲੇ ਗੁਰੂ ਸਾਹਿਬ ਵਿੱਚ ਵਿਰਾਸਤ ਨਹੀਂ ਹੈ, ਵਾਰਸ ਹੁੰਦਾ ਮਰਨ ਤੋਂ ਬਾਅਦ ਕਿਸੇ ਨੂੰ ਚੀਜ਼ ਮਿਲੇ। ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਵਿੱਚ ਹੀ, ਆਪਣੇ ਜੀਵਨ ਕਾਲ ਦੇ ਵਿੱਚ ਹੀ ਜੋਤ ਅਗਲੀ ਗੁਰੂ ਸਰੀਰ ਵਿੱਚ ਰੱਖੀ ਹੈ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ। ਗੁਰੂ ਅਰਜਨ ਦੇਵ ਜੀ ਦੇ ਸਰੀਰ ਦੇ ਵਿੱਚ ਇਹ ਗੁਰੂ ਰਾਮਦਾਸ ਜੀ ਨੇ ਜੋਤ ਧਰੀ ਹੈ। ਹੁਣ ਭੇਖੀ ਗੁਰੂ ਕੀ ਕਰਦੇ ਆ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਦੇ ਗਏ ਸੀ ਜੀ, ਫਲਾਣੇ ਨੂੰ ਦੇ ਗਏ ਸੀ। ਇਹ ਬਹੁਤ ਵੱਡਾ ਪਖੰਡ ਹੈ। ਗੁਰੂ ਦੀ ਜੋਤ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ, ਇਸ ਦੇ ਬਾਅਦ ਜੇ ਕੋਈ ਦਾਵਾ ਕਰੇ ਕਿ ਮੈਂ ਗੁਰੂ ਹਾਂ ਤੇ ਉਸ ਤੋਂ ਵੱਡਾ ਪਖੰਡੀ ਔਰ ਧੋਖੇਬਾਜ਼ ਕੋਈ ਨਹੀਂ ਹੋ ਸਕਦਾ। ਗੁਰੂ ਸਾਹਿਬ ਵੇਲੇ ਵੀ ਹੋਇਆ, 22 ਮੰਜੀਆਂ ਉਹ ਜਿਹੜੇ ਮਸੰਦ ਸਨ ਉਹ ਸਾਰੇ ਬੈਠ ਗਏ ਆ ਕੇ, ਔਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਦੇ ਵਿੱਚ ਹੁਣ ਜੋਤ ਜਿਹੜੀ ਹੈ ਸਥਾਪਿਤ ਕਰਨੀ ਹੈ। ਇਹ ਮਿਸਟਿਸਿਜ਼ਮ ਰਹੱਸਵਾਦ ਹੈ, ਦਿੱਲੀ ਦੇ ਵਿੱਚ ਹਨ। ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਹਨ, ਤਾਂ ਉਸ ਵੇਲੇ ਉਹਨਾਂ ਨੇ ਉਹ ਜਿਹੜਾ ਰਹੱਸਵਾਦ ਦੇ ਰਾਹੀਂ ਆਪਣੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੀ ਹਯਾਤੀ ਜੀਵਨ ਕਾਲ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਵਿੱਚ ਰੱਖੀ ਔਰ ਉਹਨਾਂ ਦੇ ਸਰੀਰ ਵਿੱਚ ਸਥਾਪਿਤ ਕੀਤੀ। ਔਰ ਨਾਲ ਹੀ ਇਹ ਬਚਨ ਇਤਿਹਾਸ ਵਿੱਚ ਆਇਆ, ਗੁਰੂ ਸਾਹਿਬ ਨੇ ਕਿਹਾ ਬਾਬਾ
बसे जे ग्राम बकाले बन गुरसंगत सकल बसाले। बाबा हुण बाबा बाबे बकाले है, ਉਹ ਬਾਬੇ ਬਕਾਲੇ ਦੇ ਵਿੱਚ ਹੈਗਾ। ਦੂਸਰੀ ਗੱਲ ਮੈਂ ਇੱਕ ਜ਼ਰੂਰ ਕਹਿਣੀ ਚਾਹਾਂਗਾ, ਕਿਉਂਕਿ ਉਹ ਜਿਹੜੇ 22 ਮੰਜੀਆਂ ਤੇ ਜਿਹੜੇ ਬੈਠੇ ਸੀਗੇ ਉਹਨਾਂ ਦਾ ਕੀ ਹਸ਼ਰ ਹੈ। ਸੂਰਜ ਪ੍ਰਕਾਸ਼ ਇੱਕ ਬਹੁਤ ਸੰਖੇਪ ਵਿੱਚ ਇੱਕ ਸਾਖੀ ਹੈ। ਗੁਰ ਹਰਗੋਬਿੰਦ ਸਾਹਿਬ ਬੈਠੇ ਹਨ, ਇੱਕ ਬੜਾ ਭਾਰਾ ਸੰਗਤ ਜੁੜੀ ਹੈ, ਇੱਕ ਬਹੁਤ ਭਾਰਾ ਅਜਗਰ, ਉਸਨੂੰ ਹਜ਼ਾਰਾਂ ਕੀੜੇ ਚੰਬੜੇ ਹਨ, ਲੋਹ ਲੁਹਾਨ ਹੈ, ਉਹ ਉਹਦਾ ਖੂਨ ਪੀ ਰਹੇ ਹਨ, ਉਹ ਤੜਫ ਰਿਹਾ ਹੈ, ਔਰ ਉਹ ਅਜਗਰ ਹੌਲੇ ਹੌਲੇ ਗੁਰੂ ਸਾਹਿਬ ਵੱਲ ਆਇਆ। ਜਦੋਂ ਸਿੱਖਾਂ ਨੇ ਉਹਨੂੰ ਹਟਾਉਣਾ ਚਾਹਿਆ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਮੇਰੇ ਕੋਲ ਆ ਲੈਣ ਦਿਓ। ਇਹ ਇਤਿਹਾਸ ਦੇ ਵਿੱਚ ਅੰਕਿਤ ਹੈ। ਉਹ ਅਜਗਰ ਕਰਾਂਦਾ ਹੋਇਆ, ਤੜਫਦਾ ਹੋਇਆ ਉਹ ਗੁਰੂ ਸਾਹਿਬ ਦੇ ਸਾਹਮਣੇ ਆਇਆ। ਗੁਰੂ ਸਾਹਿਬ ਨੇ ਆਪਣਾ ਤੀਰ ਚੁੱਕਿਆ ਔਰ ਉਸ ਦਾ ਉਦਾਰ ਕਰ ਦਿੱਤਾ, ਉਸ ਨੂੰ ਮਾਰ ਦਿੱਤਾ। ਸੰਗਤ ਬੜੀ ਵਿਸਮਾਦ ਆ ਗਈ ਕਿ ਅੱਜ ਕੀ ਹੈ, ਤੁਸੀਂ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਅੱਜ ਇਸ ਅਜਗਰ ਦਾ ਸ਼ਿਕਾਰ ਕਰ ਰਹੇ ਹੋ ਜਿਹੜਾ ਖੁਦ ਮਰਿਆ ਪਿਆ ਹੈ। ਹਜ਼ੂਰ ਨੇ ਕਿਹਾ, ਜਿਹੜਾ ਸਿੱਖ ਇਤਿਹਾਸ ਦੇ ਵਿੱਚ ਅੰਕਿਤ ਹੈ, ਸੂਰਜ ਪ੍ਰਕਾਸ਼ ਵਿੱਚ ਹੈ, ਹਜ਼ੂਰ ਨੇ ਕਿਹਾ ਇਹ ਪਿਛਲੇ ਜਨਮ ਵਿੱਚ ਪਖੰਡੀ ਗੁਰੂ ਸੀ, ਬੜਾ ਵੱਡਾ ਮਸੰਦ ਸੀ, ਬੜਾ ਵੱਡਾ ਮਹੰਤ ਸੀਗਾ। ਇਹ ਸਾਰੇ ਚੇਲੇ ਜਿਹੜੇ ਸਨ ਉਹਨੂੰ ਚਿੰਬੜੇ ਸੀ, ਉਹਦਾ ਖੂਨ ਪੀ ਰਹੇ ਸੀ ਕਿ ਤੂੰ ਆਪ ਵੀ ਗਿਆ ਤੇ ਸਾਡਾ ਵੀ ਸਤਿਆਨਾਸ਼ ਕੀਤਾ, ਅੱਜ ਇਸ ਦਾ ਉਦਾਰ ਕੀਤਾ, ਇਹ ਮਰ ਗਿਆ, ਸਾਰੇ ਉਸਦੇ ਚੇਲੇ ਛੱਡ ਗਏ। ਇਹ ਭੇਖੀ ਗੁਰੂਆਂ ਨੂੰ ਵੀ ਸਮਝਣਾ ਚਾਹੀਦਾ, ਉਹਨਾਂ ਦੇ ਮਗਰ ਲੱਗਿਆਂ ਨੂੰ ਵੀ ਸਮਝਣਾ ਚਾਹੀਦਾ। ਸੋ ਪਹਿਲੀ ਗੱਲ, ਗੁਰੂ ਤੇਗ ਬਹਾਦਰ ਜੀ ਨੇ ਇਹ ਭੇਖੀ ਗੁਰੂ ਦਾ ਸੰਕਲਪ ਦੂਰ ਕੀਤਾ। ਦੂਸਰੀ ਗੱਲ ਦੇਖਣੀ ਪਏਗੀ ਕਿ ਗੁਰੂ ਤੇਗ ਬਹਾਦਰ ਜੀ ਵੇਲੇ ਸਮਕਾਲੀਨ ਬਾਦਸ਼ਾਹ ਕਿਹੜਾ ਸੀ? ਉਹ ਔਰੰਗਜ਼ੇਬ ਸੀ। ਉਹ ਔਰੰਗਜ਼ੇਬ ਜਿਸ ਨੇ ਆਪਣੇ ਬਾਪ ਨੂੰ ਕੈਦ ਕੀਤਾ, ਉਹਨੂੰ ਪਾਣੀ ਨਹੀਂ ਪੀਣ ਨੂੰ ਦਿੱਤਾ ਗਿਆ, ਔਰ ਅਖੀਰ ਦੇ ਵਿੱਚ ਉਸਦੇ ਬਾਪ ਨੇ ਉਸ ਨੂੰ ਲਿਖਿਆ, ਐ ਪਿਸਰ ਤੂੰ ਅਜਬ ਮੁਸਲਮਾਨੀ ਬਪਿਦਰੇ ਜ਼ਿੰਦਾ ਆਪ ਤਰਸਾਨੀ। ਐ ਮੇਰੇ ਬੇਟੇ ਤੂੰ ਕੈਸਾ ਹੈ, ਤੂੰ ਜ਼ਿੰਦਾ ਬਾਪ ਨੂੰ ਪਾਣੀ ਦੀ ਖਾਤਰ ਤਰਸਾ ਰਿਹਾ ਹੈ। ਔਰ ਉਸਨੇ ਨਾਲ ਅਗਲੀ ਗੱਲ ਕਹੀ, ਆਫਰੀਨੇ ਬਾਦ ਹਿੰਦਵਾਨ ਸਦ ਬਾਰ ਮੈਂ ਦਿਹੰਦ ਪਿਦਰੇ ਮੁਰਦਾਰ ਦਾਇਮ ਆਬ। ਉਹ ਤੇਰੇ ਨਾਲ ਤੇ ਹਿੰਦੂ ਚੰਗੇ ਹੈ ਜਿਹੜੇ ਮਰੇ ਹੋਏ ਪਿਤਰਾਂ ਨੂੰ ਵੀ ਪਾਣੀ ਪਿਲਾਉਂਦੇ ਆ। ਸੋ ਉਸ ਔਰੰਗਜ਼ੇਬ ਵਰਗੇ ਜਦੋਂ ਕੋਈ ਹਾਕਮ, ਇਹ ਇਤਿਹਾਸ ਗਵਾਹ, ਜਦੋਂ ਕੋਈ ਹਾਕਮ ਆਪਣੇ ਹੰਕਾਰ ਦੇ ਵਿੱਚ, ਕਮੰਡ ਦੇ ਵਿੱਚ ਚੂਰ ਹੋ ਕੇ ਜ਼ੁਲਮ ਕਰੇਗਾ, ਜਨਤਾ ਦੇ ਉੱਤੇ ਜ਼ੁਲਮ ਕਰੇਗਾ, ਉਸ ਦਾ ਹਸ਼ਰ ਜਿਹੜਾ ਹੈ ਉਹ ਕੰਸ ਵਰਗਾ ਔਰ ਜਿਹੜੇ ਹਿਟਲਰ ਵਰਗਾ ਜਾਂ ਔਰੰਗਜ਼ੇਬ ਤੋਂ ਚੰਗਾ ਕਦੀ ਵੀ ਨਹੀਂ ਹੋ ਸਕਦਾ। ਇਹ ਗੁਰੂ ਸਾਹਿਬ ਨੇ ਨਾਲ ਉਸ ਨੂੰ ਦੱਸ ਦਿੱਤਾ। ਤੀਜੀ ਚੀਜ਼ ਜਿਹੜੀ ਅੱਜ ਦੇ ਸੰਦਰਭ ਵਿੱਚ ਬਹੁਤ ਜ਼ਰੂਰੀ ਹੈ, ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤਿਲਕ ਜੰਜੂ ਦੀ ਖਾਤਰ ਹੁੰਦੀ ਹੈ। ਹਾਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੇ ਜਾਮੇ ਵਿੱਚ ਤਿਲਕ ਔਰ ਜੰਜੂ ਨੂੰ ਰਿਜੈਕਟ ਕਰ ਦਿੱਤਾ। ਬਹੁਤ ਸੁੰਦਰ ਲਿਖਿਆ ਹੈ ਪ੍ਰੋਫੈਸਰ ਮੋਹਨ ਸਿੰਘ ਨੇ। ਉਹ ਕਹਿੰਦੇ ਹੈ ਕਿ ਉਹ ਹਾਲਾਤ ਕੈਸੇ ਹੋਣਗੇ, ਉਹ ਮੰਜ਼ਰ ਕਿੱਦਾਂ ਦਾ ਹੋਏਗਾ, ਉਹ ਸੀਨ ਕੈਸਾ ਹੋਏਗਾ ਜਦੋਂ ਗੁਰੂ ਸਾਹਿਬ ਦੀ 9 ਸਾਲ ਦੀ ਆਯੂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਤੇ ਪੰਡਤ ਜਨੇਊ ਲੈ ਕੇ ਅੱਗੇ ਆਇਆ, ਬਰਾਦਰੀ ਜੁੜੀ ਹੈ, ਲੋਕ ਬੈਠੇ ਹੈ, ਸਾਰੀ ਸਮੱਗਰੀ ਹੈ, ਔਰ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਤੇਰੇ ਪੈਰਾਂ 'ਚ ਬੰਧਨ ਨਹੀਂ, ਤੇਰੇ ਹੱਥਾਂ ਤੇ ਬੰਧਨ ਨਹੀਂ, ਤੇਰੀਆਂ ਅੱਖਾਂ 'ਚ ਬੰਧਨ ਨਹੀਂ, ਲੈ ਪੜ ਕਰੇ ਵੀ ਵਾਹ ਕਟਕਾਗਲ ਦੱਸੇਰਾ। ਉਹਨਾਂ ਨੇ ਕਿਹਾ, ਉਹਨੇ ਜਿਹੜਾ ਸੀਨ ਖਿੱਚਿਆ ਪ੍ਰੋਫੈਸਰ ਮੋਹਨ ਸਿੰਘ, ਉਹ ਕਹਿੰਦੇ ਹੈ ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦਿਆਲ, ਤੇ ਪਿਓ ਨੇ ਧਮਕਾਇਆ ਕੱਢ ਕੇ ਅੱਖਾਂ ਲਾਲ, ਪਰ ਬਾਬਾ ਨਾ ਡੋਲਿਆ ਕਾਇਮ ਰੱਖਿਆ ਚਿੱਤ, ਇਸੀ ਜੀਵਨ ਘੋਲ ਵਿੱਚ ਉਸ ਦੀ ਪਹਿਲੀ ਜਿੱਤ। ਇਹ ਇੱਕ ਬੜੀ ਵੱਡੀ ਗੱਲ ਸੀ। ਹੁਣ ਸਾਡੇ ਵਰਗੇ ਤੇ ਕਹਿ ਦੇਣਗੇ ਜੀ ਕੀ ਇਹ 2 ਮਿੰਟ ਲਈ ਪਾ ਲੈਂਦੇ, ਇਹ ਅਸੀਂ ਕਰ ਸਕਦੇ ਆ, ਪਰ ਗੁਰੂ ਸਾਹਿਬ ਨੇ ਅਰੂਸ ਤੇ ਲਿਆ ਕੇ ਇੱਕ ਸੁਨੇਹਾ ਦੇਣਾ ਸੀ ਕਿ ਮੈਂ ਇਹਨਾਂ ਧਾਗੇ ਦੇ ਬੰਧਨਾਂ ਵਿੱਚ ਨਾ ਮੈਂ ਬੰਨਾਂਗਾ, ਨਾ ਮੇਰੀ ਉਮਤ ਇਹਨਾਂ ਦੇ ਵਿੱਚ ਆਏਗੀ। ਤਾਂ ਹੀ ਕਰਕੇ ਬਾਅਦ ਰਹਿਤਨਾਮਿਆਂ ਚ ਆਇਆ, ਜੋ ਸਿੱਖ ਗਲ ਮੇ ਤਾਗਾ ਮੇਲੇ, ਚੌਪੜ ਬਾਜੀ ਗਨਕਾ ਖੇਲੇ, ਜਨਮ ਸਵਾਨ ਪਾਵੇਗਾ ਕੋੜ, ਬੀਜੋ ਹਾਥ ਬੁਰਾ ਇਸ ਕੋੜ, ਬਾਗ ਉਤਾਰ ਪ੍ਰਸ਼ਾਦ ਜੋ ਖਾਵੇ, ਸੋ ਸਿੱਖ ਕੁੰਭੀ ਨਰਕ ਸਿਧਾਵੇ। ਇੱਕ ਸੁਨੇਹਾ ਹੈ ਬਹੁਤ ਵੱਡਾ ਆਪਣੀ ਹੋਂਦ ਦਾ, ਆਪਣੇ ਉਸ ਨੂੰ ਕਰਨ ਦਾ। ਤੀਸਰੀ ਚੀਜ਼ ਗੁਰੂ ਅਰਜਨ ਗੁਰੂ ਸਾਹਿਬ, ਮੈਂ ਦਿਲ ਤਾਂ ਨਹੀਂ ਕਰਦਾ ਤੁਹਾਨੂੰ ਰੋਕਣ ਲਈ, ਕਿਉਂਕਿ ਬਹੁਤ ਹੀ ਮਹੱਤਵਪੂਰਨ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ, ਪਰ ਬਾਕੀ ਸਪੀਕਰਸ ਨੇ ਵੀ ਗੱਲਬਾਤ ਕਰਨੀ ਹੈ। ਸੋ ਮੇਰਾ ਸਵਾਲ ਵੀ ਨਾਲ ਹੀ ਤੁਹਾਨੂੰ ਮੈਂ ਪੁੱਛ ਲਾਂ ਤਾਂ ਕਿ ਤੁਸੀਂ 2-3 ਮਿੰਟਾਂ 'ਚ ਇਸ ਨੂੰ ਸਮੇਟ ਸਕੋ ਕਿ ਜੇ ਤੁਸੀਂ ਸਿਮਿਲੈਰਿਟੀਜ਼ ਦੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਦਾ ਸਮਾਂ ਤੇ ਅੱਜ ਦਾ ਜਿਹੜਾ ਸਮਾਂ ਹੈਗਾ ਉਸ ਵਿੱਚ ਕੁਝ ਤੁਹਾਨੂੰ ਸਿਮਿਲੈਰਿਟੀਜ਼ ਵੀ ਨਜ਼ਰ ਆਉਂਦੀਆਂ ਨੇ ਜੀ?
ਮੈਂ ਜਿੰਨੀਆਂ ਕੁ ਦਸੀਆਂ ਸਾਰੀਆਂ ਉਹੀ ਹਾਲਾਤ ਹੈ, ਹਾਲਾਤ ਵੀ ਉਹੀ ਹੈ। ਔਰ ਇੱਕ ਗੱਲ ਗੁਰੂ ਸਾਹਿਬ ਗਵਾਹੀ ਵੀ ਦੇ ਗਏ ਗੁਰੂ ਗੋਬਿੰਦ ਸਿੰਘ ਜੀ, ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ। ਜੋ ਹਾਲਾਤ ਹੈ ਅਸੀਂ ਰੋਜ਼ ਪੜ੍ਹਦੇ ਆ ਨਾ, ਦੇਵ ਦੈਤ ਜੇ ਛੰਨ ਉਪਜਾਇਓ, ਇਹ ਹਮੇਸ਼ਾ ਪੈਦਾ ਹੁੰਦੇ ਰਹਿਣਗੇ, ਇਹ ਦੋਨੋਂ ਨਾਲ ਨਾਲ ਆਣਗੇ। ਉਹ ਜਿਹੜੀਆਂ ਸ਼ਕਤੀਆਂ ਬਾਬੇ ਦੀਆਂ ਸ਼ਕਤੀਆਂ ਵੀ ਰਹਿਣਗੀਆਂ, ਬਾਬਰ ਦੀਆਂ ਵੀ ਆਣਗੀਆਂ। ਔਰ ਇਸ ਕਰਕੇ ਸਭ ਤੋਂ ਵੱਡੀ ਗੱਲ ਹੈਗੀ ਹੈ, ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੂੰ ਕਤਲ ਕੀਤਾ, ਸ਼ਹੀਦ ਕੀਤਾ ਔਰੰਗਜ਼ੇਬ ਨੇ, ਉਹਦੀ ਗਵਾਹੀ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ। ਅੱਜ ਸਾਡੇ ਵਿੱਚੋਂ ਹੀ ਕੁਝ ਬੰਦੇ ਸਿੱਖ ਅਖਵਾ ਕੇ ਉਸ ਗਵਾਹੀ ਨੂੰ ਖਤਮ ਕਰਨਾ ਚਾਹੁੰਦੇ ਹੈ, ਉਹ ਗਵਾਹੀ ਦੇ ਉੱਤੇ ਮੁਨਕਰ ਹੋਣਾ ਚਾਹੁੰਦੇ ਹੈ। ਇਹ ਗੁਰੂ ਸਾਹਿਬ ਨੂੰ ਮੁੜ ਸ਼ਹੀਦ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਬਾਕੀ ਇੱਕ ਲਫ਼ਜ਼ ਦੇ ਵਿੱਚ ਜਿਹੜੀ ਗੱਲ ਚਾਂਦ ਭੱਟ ਨੇ ਕਹੀ ਸੀ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਾਈਆਂ ਗੁਰ ਸਬਦੀਏ ਮਨ ਹੋੜੀਏ, ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਸੋ ਇਹ ਇੱਕ ਸੁਨੇਹਾ ਹੈ। ਹਾਲਾਤ ਉਹੀ ਹਨ, ਸਿਰਫ ਪਾਤਰ ਬਦਲਦੇ ਹਨ। ਗੁਰੂ ਸਾਹਿਬ ਖੁਦ ਸਨ, ਅੱਜ ਗੁਰੂ ਦਾ ਖਾਲਸਾ ਹੈ। ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ, ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ, ਅਸੀਂ ਗੁਰੂ ਸਾਹਿਬ ਦੀ ਉਸ ਬਾਣੀ, ਉਹਨਾਂ ਦੇ ਬਾਣੇ, ਉਹਨਾਂ ਸਿਧਾਂਤਾਂ ਨਾਲ ਜੁੜ ਸਕੀਏ, ਇਹ ਬਹੁਤ ਵੱਡੀ, ਇਹੀ ਤਾਂ ਹੀ ਸਾਡਾ ਮਨਾਇਆ ਗੁਰਪੁਰਬ ਜਿਹੜਾ ਹੈਗਾ ਇਹ ਸਫਲ ਹੈ। ਬਹੁਤ ਬਹੁਤ ਵਧਾਈ ਦਿੰਦੇ ਹਾਂ। ਔਰ ਤੁਹਾਨੂੰ ਖਾਸ ਕਰਕੇ ਤੁਹਾਡੇ ਮਨ ਦੇ ਵਿੱਚ ਇਹ ਸੰਕਲਪ ਵੀ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਇਤਨਾ ਵੱਡਾ ਉਪਰਾਲਾ ਕੀਤਾ ਜਾਏ ਜਿਹੜਾ ਅਦੁੱਤੀ ਹੈ, ਔਰ ਐਸਾ ਉਪਰਾਲਾ ਮੇਰਾ ਖਿਆਲ ਵਿੱਚ ਕਦੀ ਨਹੀਂ ਹੋਇਆ ਹੈਗਾ। ਬਹੁਤ ਬਹੁਤ ਵਧਾਈ ਤੁਹਾਨੂੰ ਵੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ, ਬਹੁਤ ਬਹੁਤ ਧੰਨਵਾਦ। ਤੁਸੀਂ 2 ਦਿਨ ਕੱਢ ਕੇ ਜਿਹੜਾ ਇਸ ਮਹੱਤਵਪੂਰਨ ਵਿਸ਼ੇ ਦੇ ਬਾਰੇ ਗੱਲਬਾਤ ਕੀਤੀ। ਸਾਨੂੰ ਬੜਾ ਮਾਣ ਹੈ ਕਿ ਪਿਛਲੇ 9 ਦਿਨਾਂ ਤੋਂ ਅਸੀਂ ਵੱਖਰੇ ਵੱਖਰੇ ਬੁਲਾਰਿਆਂ ਨੂੰ ਦੁਨੀਆ ਭਰ ਤੋਂ ਸੁਣ ਰਹੇ ਹਾਂ, ਤੇ ਇਹੀ ਫੋਕਸ ਜਿਹੜਾ ਆ ਰਿਹਾ ਹੈਗਾ ਕਿ ਇਕੱਠੇ ਹੋਈਏ। ਹੁਣ ਸਮਾਂ ਹੈਗਾ ਕਿ ਅਸੀਂ ਆਪਣੇ ਮਤਭੇਦ ਖਤਮ ਕਰਕੇ ਕੌਮੀ ਪੱਧਰ ਦੇ ਉੱਤੇ ਇਕੱਠੇ ਹੋ ਕੇ, ਜਿੱਥੇ ਅਸੀਂ ਸਾਡੇ ਚੈਲੰਜਸ ਨੇ ਉਹਨਾਂ ਨੂੰ ਬੈਠ ਕੇ ਉਹਨਾਂ ਦਾ ਵਿਚਾਰ ਵਟਾਂਦਰਾ ਕਰਕੇ ਸੋਲੂਸ਼ਨ ਲੱਭੀਏ, ਨਾ ਸਿਰਫ ਇੱਕ ਦੂਸਰੇ ਦੇ ਉੱਤੇ ਅਸੀਂ ਕਿਚੜ ਉਛਾਲੀਏ, ਕਿਉਂਕਿ ਇਸ ਦਾ ਨੁਕਸਾਨ ਕੌਮ ਨੂੰ ਬਹੁਤ ਵੱਡਾ ਹੋ ਰਿਹਾ ਹੈ। ਤੇ ਗੁਰੂ ਸਾਹਿਬ ਨੂੰ ਸਹੀ ਸ਼ਰਧਾਂਜਲੀ ਇਹੀ ਹੋਏਗੀ ਕਿ ਹੁਣ ਵੀ ਅਸੀਂ ਸਮਝ ਜਾਈਏ ਤੇ ਉਹਨਾਂ ਦੇ ਦੱਸੇ ਹੋਏ ਪੂਰਨੇ ਦੇ ਉੱਤੇ ਤੁਰਨਾ ਸ਼ੁਰੂ ਕਰੀਏ। ਬਹੁਤ ਬਹੁਤ ਧੰਨਵਾਦ।